ਦੁਆਬਾ ਰੇਡੀਓ। ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਣੋ ਸੁਣਾਵਾਂ। ਮੈਂ ਹਾਂ ਸੁਖਬੀਰ ਕੌਰ, ETT ਅਧਿਆਪਕਾ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹਰਦੋ ਬਥਵਾਲਾ, ਜ਼ਿਲ੍ਹਾ ਗੁਰਦਾਸਪੁਰ। ਸਕੂਲ ਸਿੱਖਿਆ ਵਿਭਾਗ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਆਨਲਾਈਨ ਜਮਾਤਾਂ ਲੈਣ ਦਾ, ਤੇ ਨਾਲ ਦੇ ਨਾਲ ਦੁਆਬਾ ਰੇਡੀਓ ਵੱਲੋਂ ਸੁਣੋ ਸੁਣਾਵਾਂ ਪਾਠ ਪੜ੍ਹਾਵਾਂ ਬਹੁਤ ਹੀ ਵਧੀਆ ਉਪਰਾਲਾ ਹੈ ਆਪਣਾ ਸਿਲੇਬਸ ਪੂਰਾ ਕਰਵਾਉਣ ਦਾ ਔਰ ਬੱਚਿਆਂ ਨੂੰ ਰਚਨਾਤਮਕ ਤਰੀਕੇ ਦੇ ਨਾਲ ਪਾਠਾਂ ਨੂੰ ਸਮਝਾਉਣ ਦਾ। ਸੋ ਅੱਜ ਪਿਆਰੇ ਵਿਦਿਆਰਥੀਓ, ਅਸੀਂ ਦੂਸਰੀ ਜਮਾਤ ਦਾ ਪਹਿਲਾ ਪਾਠ ਮੇਰੀ ਮਾਂ ਕਰਾਂਗੇ। ਜਿਵੇਂ ਕਿ ਅਸੀਂ ਪਹਿਲਾਂ ਵੀ ਮਾਰਨਿੰਗ ਅਸੈਂਬਲੀ ਦੇ ਵਿੱਚ ਦੂਜੇ ਬੱਚਿਆਂ ਨੂੰ ਇਸ ਕਵਿਤਾ ਨੂੰ ਬੋਲਦੇ ਸੁਣਿਆ ਹੈ, ਗਾਉਂਦੇ ਸੁਣਿਆ ਹੈ। ਅਸੀਂ ਸਵੇਰ ਦੀ ਸਭਾ ਵਿੱਚ ਇਸ ਕਵਿਤਾ ਨੂੰ ਬਹੁਤ ਵਾਰ ਗਾਇਆ ਹੈ, ਬਹੁਤ ਵਾਰ ਸੁਣਿਆ ਹੈ। ਸੋ ਸਭ ਤੋਂ ਪਹਿਲਾਂ ਅਸੀਂ ਇਸ ਕਵਿਤਾ ਨੂੰ ਗਾਵਾਂਗੇ। ਪਿਆਰੀ ਪਿਆਰੀ ਮੇਰੀ ਮਾਂ, ਠੰਡੀ ਮਿੱਠੀ ਇਸ ਦੀ ਛਾਂ, ਕਿੰਨਾ ਮੈਨੂੰ ਲਾਡ ਲਡਾਉਂਦੀ, ਕੁੱਛੜ ਚੁੱਕ ਚੁੱਕ ਖੂਬ ਖਿਡਾਉਂਦੀ, ਲੋਰੀਆਂ ਨਾਲ ਸਵਾਉਂਦੀ ਮੈਨੂੰ, ਗਾ ਗਾ ਗੀਤ ਜਗਾਉਂਦੀ ਮੈਨੂੰ। ਚਿੜੀ ਕਬੂਤਰ ਉਹ ਹੈ ਕਾਂ, ਮੁੜ ਮੁੜ ਦੱਸਿਆ ਇੱਕ ਇੱਕ ਨਾਂ, ਜਿਹੜੀ ਹੁੰਦੀ ਰੁੱਖ ਦੀ ਛਾਂ, ਮਾਂ ਤੋਂ ਗੂੜੀ ਹੁੰਦੀ ਨਾ। ਮਾਂ ਦਾ ਦੇਣ ਮੈਂ ਕਿਵੇਂ ਚੁਕਾਵਾਂ, ਹਰ ਪਲ ਆਪਣਾ ਸੀਸ ਝੁਕਾਵਾਂ। ਦੱਸੀਆਂ ਮਾਂ ਦੀਆਂ ਚੰਗੀਆਂ ਗੱਲਾਂ, ਉਸ 'ਤੇ ਮੈਂ ਹਰ ਵੇਲੇ ਚੱਲਾਂ। ਹਰ ਮਾਂ ਦਾ ਨਾਂ ਹੋਵੇ ਉੱਚਾ, ਮਾਂ ਸ਼ਬਦ ਜਿਉਂ ਡਾਢਾ ਸੁੱਚਾ। ਸੋ ਪਿਆਰੇ ਵਿਦਿਆਰਥੀਓ, ਅਸੀਂ ਇਸ ਕਵਿਤਾ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਵੱਖ-ਵੱਖ ਲੈਅ ਦੇ ਵਿੱਚ ਗਾ ਸਕਦੇ ਹਾਂ। ਅਸੀਂ ਇਸ ਨੂੰ ਇਸ ਤਰੀਕੇ ਨਾਲ ਵੀ ਗਾ ਸਕਦੇ ਹਾਂ। ਪਿਆਰੀ ਪਿਆਰੀ ਮੇਰੀ ਮਾਂ, ਠੰਡੀ ਮਿੱਠੀ ਇਸ ਦੀ ਛਾਂ, ਕਿੰਨਾ ਮੈਨੂੰ ਲਾਡ ਲਡਾਉਂਦੀ, ਕੁੱਛੜ ਚੁੱਕ ਚੁੱਕ ਖੂਬ ਖਿਡਾਉਂਦੀ, ਲੋਰੀਆਂ ਨਾਲ ਸਵਾਉਂਦੀ ਮੈਨੂੰ, ਗਾ ਗਾ ਗੀਤ ਜਗਾਉਂਦੀ ਮੈਨੂੰ। ਚਿੜੀ ਕਬੂਤਰ ਉਹ ਹੈ ਕਾਂ, ਮੁੜ ਮੁੜ ਦੱਸਿਆ ਇੱਕ ਇੱਕ ਨਾਂ, ਜਿਹੜੀ ਹੁੰਦੀ ਰੁੱਖ ਦੀ ਛਾਂ, ਮਾਂ ਤੋਂ ਗੂੜੀ ਹੁੰਦੀ ਨਾ। ਮਾਂ ਦਾ ਦੇਣ ਮੈਂ ਕਿਵੇਂ ਚੁਕਾਵਾਂ, ਹਰ ਪਲ ਆਪਣਾ ਸੀਸ ਝੁਕਾਵਾਂ। ਦੱਸੀਆਂ ਮਾਂ ਦੀਆਂ ਚੰਗੀਆਂ ਗੱਲਾਂ, ਉਸ 'ਤੇ ਮੈਂ ਹਰ ਵੇਲੇ ਚੱਲਾਂ। ਹਰ ਮਾਂ ਦਾ ਨਾਂ ਹੋਵੇ ਉੱਚਾ, ਮਾਂ ਸ਼ਬਦ ਜਿਉਂ ਡਾਢਾ ਸੁੱਚਾ। ਪਿਆਰੀ ਪਿਆਰੀ ਮੇਰੀ ਮਾਂ, ਠੰਡੀ ਮਿੱਠੀ ਇਸ ਦੀ ਛਾਂ, ਕਿੰਨਾ ਮੈਨੂੰ ਲਾਡ ਲਡਾਉਂਦੀ, ਕੁੱਛੜ ਚੁੱਕ ਚੁੱਕ ਖੂਬ ਖਿਡਾਉਂਦੀ, ਲੋਰੀਆਂ ਨਾਲ ਸਵਾਉਂਦੀ ਮੈਨੂੰ, ਗਾ ਗਾ ਗੀਤ ਜਗਾਉਂਦੀ ਮੈਨੂੰ। ਚਿੜੀ ਕਬੂਤਰ ਉਹ ਹੈ ਕਾਂ, ਮੁੜ ਮੁੜ ਦੱਸਿਆ ਇੱਕ ਇੱਕ ਨਾਂ, ਜਿਹੜੀ ਹੁੰਦੀ ਰੁੱਖ ਦੀ ਛਾਂ, ਮਾਂ ਤੋਂ ਗੂੜੀ ਹੁੰਦੀ ਨਾ।
ਮਾਂ ਦਾ ਦੇਣ ਮੈਂ ਕਿਵੇਂ ਚੁਕਾਵਾਂ, ਹਰ ਪਲ ਆਪਣਾ ਸੀਸ ਚੁਕਾਵਾਂ। ਦਸੀਆਂ ਮਾਂ ਦੀਆਂ ਚੰਗੀਆਂ ਗੱਲਾਂ, ਉਸ ਤੇ ਮੈਂ ਹਰ ਵੇਲੇ ਚੱਲਾਂ। ਹਰ ਮਾਂ ਦਾ ਨਾਂ ਹੋਵੇ ਉੱਚਾ, ਮਾਂ ਸ਼ਬਦ ਜਿਉਂ ਡਾਢਾ ਸੁੱਚਾ। ਇਸ ਤਰੀਕੇ ਦੇ ਨਾਲ ਅਸੀਂ ਇਸ ਕਵਿਤਾ ਨੂੰ ਵੱਖ-ਵੱਖ ਲੈਅ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਹੈ ਉਸ ਤਰੀਕੇ ਨਾਲ ਇਸ ਦਾ ਵਾਚਨ ਕਰ ਸਕਦੇ ਹਾਂ, ਇਸ ਨੂੰ ਗਾ ਸਕਦੇ ਹਾਂ, ਇਸ ਦਾ ਉਚਾਰਨ ਕਰ ਸਕਦੇ ਹਾਂ, ਇਸ ਨੂੰ ਬੋਲ ਸਕਦੇ ਹਾਂ। ਅਸੀਂ ਇਸ ਨੂੰ ਇਸ ਤਰੀਕੇ ਵੀ ਬੋਲ ਸਕਦੇ ਹਾਂ। ਪਿਆਰੀ ਪਿਆਰੀ ਮੇਰੀ ਮਾਂ, ਠੰਡੀ ਮਿੱਠੀ ਇਸ ਦੀ ਛਾਂ, ਕਿੰਨਾ ਮੈਨੂੰ ਲਾਡ ਲਡਾਉਂਦੀ, ਕੁੱਛੜ ਚੁੱਕ ਚੁੱਕ ਮੈਨੂੰ ਖਿਡਾਉਂਦੀ। ਲੋਰੀਆਂ ਨਾਲ ਸਵਾਉਂਦੀ ਮੈਨੂੰ, ਗਾ ਗਾ ਗੀਤ ਜਗਾਉਂਦੀ ਮੈਨੂੰ। ਚਿੜੀ ਕਬੂਤਰ ਉਹ ਹੈ ਕਾਂ, ਮੁੜ ਮੁੜ ਦੱਸਿਆ ਇੱਕ ਇੱਕ ਨਾ, ਜਿਹੜੀ ਹੁੰਦੀ ਰੁੱਖ ਦੀ ਛਾਂ, ਮਾਂ ਤੋਂ ਗੂੜੀ ਹੁੰਦੀ ਨਾ। ਮਾਂ ਦਾ ਦੇਣ ਮੈਂ ਕਿਵੇਂ ਚੁਕਾਵਾਂ, ਹਰ ਪਲ ਆਪਣਾ ਸੀਸ ਚੁਕਾਵਾਂ। ਦਸੀਆਂ ਮਾਂ ਦੀਆਂ ਚੰਗੀਆਂ ਗੱਲਾਂ, ਉਸ ਤੇ ਮੈਂ ਹਰ ਵੇਲੇ ਚੱਲਾਂ। ਹਰ ਮਾਂ ਦਾ ਨਾਂ ਹੋਵੇ ਉੱਚਾ, ਮਾਂ ਸ਼ਬਦ ਜਿਉਂ ਡਾਢਾ ਸੁੱਚਾ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸ ਕਵਿਤਾ ਨੂੰ ਵੱਖ-ਵੱਖ ਤਰੀਕੇ ਦੇ ਨਾਲ ਉਚਾਰਨ ਕਰ ਸਕਦੇ ਹੋ, ਵੱਖ-ਵੱਖ ਤਰੀਕੇ ਦੇ ਨਾਲ ਗਾ ਸਕਦੇ ਹੋ। ਸੋ ਮੇਰੇ ਵਿਦਿਆਰਥੀਆਂ ਨੂੰ ਹੁਣ ਇਸ ਕਵਿਤਾ ਦੇ ਵਿੱਚ ਜੋ ਕੁਝ ਹੈਗਾ ਸਮਝ ਆ ਗਈ ਹੋਵੇਗੀ। ਵਿਦਿਆਰਥੀਓ, ਅਸੀਂ ਇਸ ਕਵਿਤਾ ਨੂੰ ਜਿੰਨੇ ਤਰੀਕਿਆਂ ਨਾਲ ਗੁਣਗੁਣਾਵਾਂਗੇ, ਜਿੰਨੇ ਤਰੀਕਿਆਂ ਦੇ ਨਾਲ ਇਸ ਦਾ ਉਚਾਰਨ ਕਰਾਂਗੇ, ਵੱਖ-ਵੱਖ ਤਰੀਕਿਆਂ ਦੇ ਨਾਲ, ਇੱਕ ਤਾਂ ਤੁਹਾਨੂੰ ਆਨੰਦ ਆਵੇਗਾ ਇਸ ਕਵਿਤਾ ਨੂੰ ਬੋਲਣ ਦੇ ਵਿੱਚ, ਇਸ ਕਵਿਤਾ ਨੂੰ ਗਾਉਣ ਦੇ ਵਿੱਚ, ਔਰ ਨਾਲ ਦੇ ਨਾਲ ਹੀ ਤੁਸੀਂ ਇਹ ਜਿਹੜੀ ਕਵਿਤਾ ਹੈਗੀ ਹੈ ਗਾ ਗਾ ਕੇ ਯਾਦ ਵੀ ਕਰ ਲਵੋਗੇ। ਕਿਉਂਕਿ ਅਸੀਂ ਅਕਸਰ ਵੇਖਦੇ ਹਾਂ ਕਿ ਸਾਡੇ ਵਿਦਿਆਰਥੀਆਂ ਨੂੰ ਗੀਤ ਜਲਦੀ ਯਾਦ ਹੁੰਦੇ ਆ ਨਾ ਤੁਹਾਨੂੰ। ਹਾਂ, ਬਿਲਕੁਲ ਸਹੀ ਗੱਲ ਹੈ, ਤੁਸੀਂ ਗੀਤ ਬਹੁਤ ਜਲਦੀ ਯਾਦ ਕਰ ਲੈਂਦੇ ਹੋ, ਕਵਿਤਾਵਾਂ ਬਹੁਤ ਜਲਦੀ ਯਾਦ ਕਰ ਲੈਂਦੇ ਹੋ। ਇਸ ਕਰਕੇ ਜਿਹੜੀ ਚੀਜ਼ ਨੂੰ ਅਸੀਂ ਗਾ ਕੇ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹ ਸਾਨੂੰ ਬਹੁਤ ਜਲਦੀ ਯਾਦ ਹੋ ਜਾਂਦੀ ਹੈ। ਔਰ ਜਦੋਂ ਅਸੀਂ ਇਸ ਨੂੰ ਗਾ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਇਸ ਦਾ ਉਚਾਰਨ ਕਰਾਂਗੇ ਤੇ ਇਹ ਕਵਿਤਾ ਸਾਨੂੰ ਯਾਦ ਵੀ ਹੋ ਜਾਏਗੀ। ਸੋ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਇਹ ਕਵਿਤਾ ਨੂੰ ਗਾਉਣਾ ਆ, ਆਪਣੀ ਕਿਤਾਬ ਤੋਂ ਵੇਖ ਕੇ ਇਸ ਕਵਿਤਾ ਨੂੰ ਅਸੀਂ ਗਾ ਸਕਦੇ ਹਾਂ। ਔਰ ਮੇਰੇ ਖਿਆਲ ਦੇ ਵਿੱਚ ਮੇਰੇ ਵਿਦਿਆਰਥੀਆਂ ਨੂੰ ਕਾਫੀ ਕੁਝ ਜਿਹੜਾ ਹੈਗਾ ਇਸ ਕਵਿਤਾ ਦੇ ਵਿੱਚ ਕੀ ਕਿਹਾ ਗਿਆ ਹੈ ਇਹ ਸਮਝ ਆ ਗਈ ਹੋਗੀ, ਕਿਉਂਕਿ ਮੈਂ ਇਸ ਕਵਿਤਾ ਨੂੰ 2-3 ਵਾਰ ਉਚਾਰਨ ਕਰਕੇ ਤੁਹਾਡੇ ਨਾਲ ਸਾਂਝਾ ਕੀਤਾ ਹੈ। ਸੋ ਇਸ ਤੋਂ ਬਾਅਦ ਅਸੀਂ ਇਸ ਦੇ ਜਿਹੜੇ ਪਾਠ ਦਾ ਅਭਿਆਸ ਹੈਗਾ ਉਸ ਵੱਲ ਰੁਕ ਕਰਦੇ ਹਾਂ। ਇਸ ਪਾਠ ਦਾ ਅਭਿਆਸ ਹੈ ਉਸ ਨੂੰ ਅਸੀਂ ਦੇਖਦੇ ਹਾਂ। ਉਸ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਇਸ ਦਾ ਜਿਹੜਾ ਪਹਿਲਾ ਭਾਗ ਹੈਗਾ ਇਸ ਦੇ ਵਿੱਚ ਹੈ ਮੌਖਿਕ ਪ੍ਰਸ਼ਨ ਉੱਤਰ। ਸੋ ਇਹ ਜਿਹੜੇ ਮੌਖਿਕ ਪ੍ਰਸ਼ਨ ਉੱਤਰ ਨੇ ਇਹ ਤੁਹਾਡੇ ਰੋਜ਼ਾਨਾ ਜ਼ਿੰਦਗੀ ਦੇ ਨਾਲ ਸੰਬੰਧਿਤ ਨੇ, ਤੁਹਾਡੇ ਪਰਸਨਲ, ਤੁਹਾਡੀ ਨਿੱਜੀ ਜ਼ਿੰਦਗੀ ਦੇ ਨਾਲ ਸੰਬੰਧਿਤ ਪ੍ਰਸ਼ਨ ਨੇ। ਸੋ ਇਹਨਾਂ ਦੇ ਬਾਰੇ 'ਚ ਮੈਂ ਤੁਹਾਨੂੰ ਪੁੱਛਾਂਗੀ। ਸੋ ਸਭ ਤੋਂ ਪਹਿਲਾਂ ਹੈ ਜੀ, ਤੁਹਾਡੇ ਮਾਤਾ ਜੀ ਦਾ ਕੀ ਨਾਂ ਹੈ? ਸੋ ਸਾਰੇ ਵਿਦਿਆਰਥੀਆਂ ਨੇ ਆਪਣੇ ਆਪਣੇ ਮਾਤਾ ਜੀ ਦਾ ਨਾਮ ਮੈਨੂੰ ਦੱਸਣਾ ਹੈ। ਤੁਹਾਡੇ ਮੰਮੀ ਜੀ ਦਾ ਨਾਂ, ਤੁਹਾਡੇ ਮਾਤਾ ਜੀ ਦਾ ਕੀ ਨਾਂ ਹੈ? ਸਭ ਬੱਚਿਆਂ ਨੇ ਆਪਣੇ ਆਪਣੇ ਮਾਤਾ ਜੀ ਦਾ ਨਾਂ ਦੱਸਣਾ ਹੈ। ਉਸ ਤੋਂ ਬਾਅਦ ਹੈ, ਤੁਹਾਡੇ ਮਾਤਾ ਜੀ ਤੁਹਾਡੇ ਲਈ ਕੀ ਕਰਦੇ ਹਨ? ਤੁਹਾਡੇ ਮਾਤਾ ਜੀ ਜਿੰਨੇ ਵੀ ਕੰਮ ਤੁਹਾਡੇ ਲਈ ਘਰ ਦੇ ਵਿੱਚ ਕਰਦੇ ਨੇ, ਤੁਹਾਨੂੰ ਪੜ੍ਹਾਉਂਦੇ ਨੇ, ਤੁਹਾਨੂੰ ਸੁਆਉਂਦੇ ਨੇ, ਤੁਹਾਡੇ ਲਈ ਖਾਣਾ ਬਣਾਉਂਦੇ ਨੇ, ਤੁਹਾਡਾ ਖਿਆਲ ਰੱਖਦੇ ਨੇ, ਬਹੁਤ ਸਾਰੇ ਕੰਮ ਨੇ ਜੋ ਤੁਹਾਡੇ ਮਾਤਾ ਜੀ ਤੁਹਾਡੇ ਲਈ ਕਰਦੇ ਨੇ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਆਪ ਇਹ ਗੱਲ ਸੋਚ ਕੇ ਦੱਸਣੀ ਹੈ ਕਿ ਤੁਹਾਡੇ ਮਾਤਾ ਜੀ, ਤੁਹਾਡੇ ਮੰਮੀ ਜੀ ਤੁਹਾਡੇ ਲਈ ਕਿਹੜੇ-ਕਿਹੜੇ ਕੰਮ ਕਰਦੇ ਨੇ,
ਤੁਹਾਡੇ ਮਾਤਾ ਜੀ ਤੁਹਾਨੂੰ ਲਾਡ ਲਡਾਉਂਦੇ ਨੇ, ਤੁਹਾਨੂੰ ਖਿਡਾਉਂਦੇ ਨੇ, ਜਦੋਂ ਤੁਸੀਂ ਸੌਂਦੇ ਹੋ ਤੁਹਾਨੂੰ ਲੋਰੀਆਂ ਵੀ ਦਿੰਦੇ ਨੇ, ਫਿਰ ਤੁਹਾਨੂੰ ਚੰਗੀਆਂ ਚੰਗੀਆਂ ਗੱਲਾਂ ਵੀ ਦੱਸਦੇ ਨੇ, ਤੁਹਾਡੇ ਲਈ ਖਾਣਾ ਬਣਾਉਂਦੇ ਨੇ, ਤੁਹਾਡੇ ਲਈ ਕੱਪੜੇ ਧੋਂਦੇ ਨੇ, ਤੁਹਾਡਾ ਖਿਆਲ ਰੱਖਦੇ ਨੇ। ਸੋ ਬਹੁਤ ਸਾਰੇ ਇੱਦਾਂ ਦੇ ਕੰਮ ਨੇ, ਕੁਝ ਕੰਮ ਮੈਨੂੰ ਵੀ ਨਹੀਂ ਪਤਾ ਹੋਣਾ ਜਿਹੜੇ ਤੁਹਾਡੇ ਮਾਤਾ ਜੀ ਤੁਹਾਡੇ ਲਈ ਕਰਦੇ ਨੇ। ਸੋ ਪਿਆਰੇ ਵਿਦਿਆਰਥੀਓ, ਅਸੀਂ ਸਾਰੀਆਂ ਗੱਲਾਂ ਦਾ ਇਸ ਵਿੱਚ ਜ਼ਿਕਰ ਕਰਨਾ ਹੈ ਕਿ ਸਾਡੇ ਵਿਦਿਆਰਥੀ ਦੇ ਲਈ ਸਾਡੇ ਮਾਤਾ ਜੀ ਕੀ ਕੁਝ ਕਰਦੇ ਹੈ, ਕਿ ਤੁਹਾਡੇ ਮਾਤਾ ਜੀ, ਤੁਹਾਡੇ ਮੰਮੀ ਜੀ ਤੁਹਾਡੇ ਲਈ ਕੀ ਕੁਝ ਕਰਦੇ ਨੇ। ਸੋ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਕੁੱਛੜ ਚੁੱਕ ਚੁੱਕ ਕੌਣ ਖਿਡਾਉਂਦੀ ਹੈ? ਕੁੱਛੜ ਚੁੱਕ ਚੁੱਕ ਕੇ ਕੌਣ ਖਿਡਾਉਂਦੀ ਹੈ? ਪਿਆਰੇ ਵਿਦਿਆਰਥੀਓ, ਅਸੀਂ ਹੁਣੇ ਹੀ ਇਸ ਕਵਿਤਾ ਨੂੰ ਗਾਇਆ ਹੈ ਤੇ ਤੁਸੀਂ ਮੈਨੂੰ ਦੱਸੋ ਵੀ ਇਸ ਕਵਿਤਾ ਦੇ ਵਿੱਚ ਕਿਸ ਦੀ ਗੱਲ ਕੀਤੀ ਗਈ ਹੈ? ਕੌਣ ਕੁੱਛੜ ਚੁੱਕ ਚੁੱਕ ਕੇ ਖਿਡਾ ਰਹੀ ਹੈ? ਹਾਂਜੀ, ਬਿਲਕੁਲ ਸਾਡੀ ਮਾਂ ਸਾਨੂੰ ਕੁੱਛੜ ਚੁੱਕ ਚੁੱਕ ਕੇ ਖਿਡਾ ਰਹੀ ਹੈ। ਇਸ ਤੋਂ ਬਾਅਦ ਹੈ ਕਿ ਅਗਲਾ ਪ੍ਰਸ਼ਨ ਜੋ ਹੈ, ਮਾਂ ਕਿਹੜੀਆਂ ਗੱਲਾਂ ਦੱਸਦੀ ਹੈ? ਸੱਸਾ ਨੰਬਰ ਹੈਗਾ ਸਾਡਾ ਕੁਐਸਚਨ, ਮਾਂ ਕਿਹੜੀਆਂ ਕਿਹੜੀਆਂ ਗੱਲਾਂ ਦੱਸਦੀ ਹੈ? ਸੋ ਇਸ ਦੇ ਵਿੱਚ ਕਵਿਤਾ ਦੇ ਵਿੱਚ ਹੀ ਜ਼ਿਕਰ ਕੀਤਾ ਗਿਆ ਹੈ ਕਿ ਮਾਂ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਦੱਸਦੀ ਹੈ। ਮਾਂ ਸਾਨੂੰ ਚੰਗੀਆਂ ਗੱਲਾਂ ਦੱਸਦੀ ਹੈ। ਹੋਰ ਕੀ ਕੀ ਦੱਸਦੀ ਹੈ ਮਾਂ? ਮਾਂ ਸਾਨੂੰ ਗਾ ਗਾ ਕੇ ਗੀਤ ਵੀ ਜਗਾਉਂਦੀ ਹੈ, ਚਿੜੀ, ਕਬੂਤਰ, ਉਹ ਹੈ ਕਾਂ, ਇਹ ਸਾਰੀਆਂ ਗੱਲਾਂ ਦਾ ਅਸੀਂ ਇਸ ਵਿੱਚ ਜ਼ਿਕਰ ਕਰ ਸਕਦੇ ਹਾਂ। ਬਾਕੀ ਜਿਹੜੀ ਮੁੱਖ ਗੱਲ ਹੈਗੀ ਹੈ ਇਸ ਵਿੱਚ ਕਿ ਮਾਂ ਕਿਹੜੀਆਂ ਗੱਲਾਂ ਦੱਸਦੀ ਹੈ, ਜਿਹੜੀ ਇਸ ਕਵਿਤਾ ਦੇ ਅਖੀਰ ਵਾਲੇ ਪੈਰੇ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਦਸੀਆਂ ਮਾਂ ਦੀਆਂ ਚੰਗੀਆਂ ਗੱਲਾਂ ਉਸ ਤੇ ਮੈਂ ਹਰ ਵੇਲੇ ਚੱਲਾਂ, ਕਿ ਸਾਡੀ ਮਾਂ ਸਾਨੂੰ ਚੰਗੀਆਂ ਗੱਲਾਂ ਦੱਸਦੀ ਹੈ, ਉਸ ਦੇ ਨਾਲ ਨਾਲ ਹੋਰ ਵੀ ਸਾਨੂੰ ਬਹੁਤ ਵਧੀਆ ਗੱਲਾਂ ਦੱਸਦੀ ਹੈ ਜਿਸ ਦੇ ਨਾਲ ਸਾਡਾ ਮਾਰਗਦਰਸ਼ਨ ਹੁੰਦਾ ਹੈ। ਦੱਸਦੇ ਹੈ ਨਾ ਪਿਆਰੇ ਵਿਦਿਆਰਥੀਓ, ਮੇਰੇ ਸਾਰੇ ਵਿਦਿਆਰਥੀ ਆਪਣੇ ਘਰਾਂ ਦੇ ਵਿੱਚ ਇਹ ਗੱਲ ਨੋਟ ਕਰਦੇ ਹੋਣਗੇ ਕਿ ਉਹਨਾਂ ਦੀਆਂ ਮਾਵਾਂ ਜਿਹੜੀਆਂ ਨੇ, ਉਹਨਾਂ ਦੇ ਮਾਤਾ ਜੀ ਨੇ, ਉਹਨਾਂ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦੇ ਹਨ। ਸਾਡੇ ਮਾਤਾ ਜੀ ਸਾਨੂੰ ਮਾੜੇ ਕੰਮ ਤੋਂ ਵੀ ਰੋਕਦੇ ਨੇ ਨਾ। ਜਦੋਂ ਅਸੀਂ ਕੋਈ ਗਲਤ ਕੰਮ ਕਰਦੇ ਹਾਂ ਤੇ ਸਾਡੇ ਮਾਤਾ ਜੀ ਉਸੇ ਵੇਲੇ ਸਾਨੂੰ ਇਹ ਗੱਲ ਦੱਸ ਦਿੰਦੇ ਨੇ ਕਿ ਬੇਟਾ ਇਹ ਕੰਮ ਜਿਹੜਾ ਹੈ ਉਹ ਗਲਤ ਹੈ, ਅਸੀਂ ਇਹ ਕੰਮ ਨਹੀਂ ਕਰਨਾ। ਸਾਨੂੰ ਚੰਗੇ ਮਾੜੇ ਦੀ ਪਹਿਚਾਨ ਕਰਨਾ ਸਾਡੇ ਮਾਤਾ ਜੀ ਸਿਖਾਉਂਦੇ ਹਨ। ਸੋ ਸਾਡੇ ਮਾਤਾ ਜੀ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦੱਸਦੇ ਹਨ? ਸਾਡੇ ਮਾਤਾ ਜੀ ਸਾਨੂੰ ਚੰਗੀਆਂ ਗੱਲਾਂ ਦੱਸਦੇ ਹਨ। ਉਸ ਤੋਂ ਬਾਅਦ ਹੈ ਜੀ ਖਾਲੀ ਥਾਵਾਂ ਜਿਹੜੀਆਂ ਅਸੀਂ ਭਰਨੀਆਂ ਨੇ। ਦੂਸਰਾ ਭਾਗ ਹੈਗਾ ਇਸ ਅਭਿਆਸ ਦਾ, ਠੀਕ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਸੋ ਇਸ ਦੇ ਵਿੱਚ ਸਭ ਤੋਂ ਪਹਿਲਾ ਹੈ, ਕਿੰਨਾ ਮੈਨੂੰ ਖਾਲੀ ਥਾਂ ਲਡਾਉਂਦੀ। ਇਸ ਵਿੱਚ ਕੀ ਆਵੇਗਾ? ਦੋ ਆਪਸ਼ਨ ਨੇ ਸਾਡੇ ਕੋਲ, ਦੋ ਵਿਕਲਪ ਸਾਨੂੰ ਦਿੱਤੇ ਗਏ ਨੇ। ਇੱਕ ਆਵੇਗਾ ਕੁੱਛੜ ਤੇ ਦੂਸਰਾ ਹੈਗਾ ਲਾਡ। ਕਿੰਨਾ ਮੈਨੂੰ ਖਾਲੀ ਥਾਂ ਲਡਾਉਂਦੀ। ਕੀ ਲਡਾਉਂਦੀ? ਲਾਡ ਲਡਾਉਂਦੀ। ਉਸ ਤੋਂ ਬਾਅਦ ਐੜਾ ਭਾਗ ਹੈ, ਜਿਹੜੀ ਹੁੰਦੀ ਖਾਲੀ ਥਾਂ ਦੀ ਛਾਂ। ਕਿਸ ਦੀ ਛਾਂ? ਰੁੱਖ ਕਿ ਚਿੜੀ? ਕਵਿਤਾ ਦੇ ਵਿੱਚ ਕਿਸ ਦੀ ਗੱਲ ਕੀਤੀ ਗਈ ਹੈ? ਜਿਹੜੀ ਹੁੰਦੀ ਖਾਲੀ ਥਾਂ ਦੀ ਛਾਂ। ਕਿਸ ਦੀ ਛਾਂ ਹੁੰਦੀ ਹੈ? ਰੁੱਖ ਦੀ ਛਾਂ ਹੁੰਦੀ ਹੈ ਜਾਂ ਚਿੜੀ ਦੀ? ਬਿਲਕੁਲ, ਰੁੱਖ ਦੀ ਛਾਂ। ਸੋ ਇਸ ਖਾਲੀ ਥਾਂ ਦੇ ਵਿੱਚ ਰੁੱਖ ਆਵੇਗਾ। ਉਸ ਤੋਂ ਬਾਅਦ ਹੈ ਈੜੀ, ਹਰ ਪਲ ਆਪਣਾ ਖਾਲੀ ਥਾਂ ਚੁਕਾਵਾਂ। ਕੀ ਚੁਕਾਵਾਂ? ਇਸ ਦੇ ਵਿੱਚ ਸਾਡੇ ਕੋਲ ਦੋ ਵਿਕਲਪ ਨੇ, ਸੀਸ, ਲੋਰੀਆਂ। ਕੀ ਚੁਕਾਵਾਂ? ਅਸੀਂ ਆਪਣਾ ਸੀਸ ਚੁਕਾਉਂਦੇ ਆ ਜਾਂ ਲੋਰੀਆਂ ਚੁਕਾਉਂਦੇ ਆ? ਹਾਂਜੀ, ਲੋਰੀਆਂ ਅਸੀਂ ਗਾਉਂਦੇ ਆ ਤੇ ਸੀਸ ਅਸੀਂ ਆਪਣਾ ਚੁਕਾਉਂਦੇ ਆ। ਸੋ ਇਸ ਖਾਲੀ ਥਾਂ ਦੇ ਵਿੱਚ ਸੀਸ ਆਵੇਗਾ। ਉਸ ਤੋਂ ਬਾਅਦ ਹੈ ਸੱਸਾ, ਦਸੀਆਂ ਮਾਂ ਦੀਆਂ ਖਾਲੀ ਥਾਂ ਗੱਲਾਂ। ਕਿਹੜੀਆਂ ਗੱਲਾਂ ਦਸੀਆਂ? ਚੰਗੀਆਂ ਜਾਂ ਮੰਦੀਆਂ? ਦੋ ਵਿਕਲਪ ਨੇ ਸਾਡੇ ਕੋਲ। ਪਿਆਰੇ ਵਿਦਿਆਰਥੀਓ, ਇਸ ਦੇ ਵਿੱਚ ਵੀ ਸਾਡੇ ਕੋਲ ਦੋ ਵਿਕਲਪ ਨੇ ਕਿ ਦਸੀਆਂ ਮਾਂ ਦੀਆਂ ਖਾਲੀ ਥਾਂ ਗੱਲਾਂ, ਚੰਗੀਆਂ ਕਿ ਮੰਦੀਆਂ। ਸਾਡੀ ਮਾਂ ਸਾਨੂੰ ਕਿਹੜੀਆਂ ਗੱਲਾਂ ਦੱਸਦੇ ਨੇ? ਸਾਡੇ ਮਾਤਾ ਜੀ ਸਾਨੂੰ ਚੰਗੀਆਂ ਗੱਲਾਂ ਦੱਸਦੇ ਨੇ। ਸੋ ਇਸ ਖਾਲੀ ਥਾਂ ਦੇ ਵਿੱਚ ਆਵੇਗਾ ਚੰਗੀਆਂ। ਉਸ ਤੋਂ ਬਾਅਦ ਹੈ
ਮਾਂ ਸ਼ਬਦ ਜਿਉਂ ਡਾਢਾ ਖਾਲੀ ਥਾਂ। ਸੋ ਅਸੀਂ ਹੁਣੇ ਹੀ ਜਿਹੜੀ ਕਵਿਤਾ ਹੈ ਉਸ ਦਾ ਉਚਾਰਨ ਕੀਤਾ ਹੈ, ਉਸ ਨੂੰ ਗਾਇਆ ਹੈ। ਇਸ ਦੇ ਵਿੱਚ ਵੀ ਸਾਡੇ ਕੋਲ ਦੋ ਵਿਕਲਪ ਨੇ, ਇੱਕ ਸੁੱਚਾ ਤੇ ਇੱਕ ਉੱਚਾ। ਸੋ ਇਸ ਦੇ ਵਿੱਚ ਕੀ ਆਵੇਗਾ? ਇਸ ਕਵਿਤਾ ਦੀ ਅਖੀਰ ਵਾਲੀ ਜੋ ਪੰਕਤੀ ਹੈ, ਅਖੀਰ ਵਾਲੀ ਲਾਈਨ ਹੈ, ਉਹ ਹੈ ਮਾਂ ਸ਼ਬਦ ਜਿਉਂ ਡਾਢਾ ਸੁੱਚਾ। ਸੋ ਇਸ ਦੇ ਵਿੱਚ ਆਵੇਗਾ ਸੁੱਚਾ, ਮਾਂ ਸ਼ਬਦ ਜਿਉਂ ਡਾਢਾ ਸੁੱਚਾ। ਸੋ ਅਗਲਾ ਭਾਗ ਹੈਗਾ ਸਾਡੇ ਕੋਲ ਤੀਜਾ ਭਾਗ ਇਸੇ ਅਭਿਆਸ ਦਾ, ਸਮਝੋ ਅਤੇ ਲਿਖੋ। ਸੋ ਇਸ ਦੇ ਵਿੱਚ ਬੇਟੇ ਜੋ ਦਿੱਤਾ ਗਿਆ ਹੈਗਾ, ਇਹ ਸਾਨੂੰ ਇੱਕ ਸ਼ਬਦ ਦਿੱਤਾ ਗਿਆ, ਅਸੀਂ ਇਸ ਤੋਂ ਬਹੁਵਚਨ ਬਣਾਉਣੇ ਨੇ, ਇੱਕ ਵਚਨ ਬਹੁਵਚਨ, ਇੱਕ ਚੀਜ਼ ਤੋਂ ਬਹੁਤੀਆਂ ਚੀਜ਼ਾਂ ਬਣਾਉਣੀਆਂ ਨੇ। ਜਿਵੇਂ ਇਹਨਾਂ ਨੇ ਸ਼ੁਰੂ ਦੇ ਵਿੱਚ ਲਿਖਿਆ ਹੈਗਾ, ਤੀਸਰਾ ਜਿਹੜਾ ਭਾਗ ਹੈਗਾ ਸਮਝੋ ਤੇ ਲਿਖੋ ਦੇ ਵਿੱਚ, ਸ਼ੁਰੂ ਦੇ ਵਿੱਚ ਹੈਗਾ ਪਹਿਲਾ ਚਿੜੀ, ਇਸ ਤੋਂ ਅਸੀਂ ਬਹੁਤੀਆਂ ਚਿੜੀਆਂ ਬਣਾਉਣੀਆਂ। ਚਿੜੀ ਚਿੜੀਆਂ, ਐੜੇ ਕੰਨਾਂ ਉੱਤੇ ਬਿੰਦੀ, ਚਿੜੀਆਂ। ਉਸ ਤੋਂ ਬਾਅਦ ਹੈ ਲੋਰੀ, ਲੋਰੀ ਇੱਕ ਵਚਨ ਹੈ, ਇਸ ਦਾ ਬਹੁਵਚਨ ਕੀ ਹੋਵੇਗਾ? ਲੋਰੀਆਂ। ਐੜੇ ਕੰਨਾਂ ਲਾ ਕੇ ਫਿਰ ਉੱਪਰ ਬਿੰਦੀ ਪਾਉਣੀ ਹੈ। ਉਸ ਤੋਂ ਬਾਅਦ ਹੈ ਚੰਗੀ, ਚੰਗੀ ਇੱਕ ਵਚਨ ਹੈ, ਚੰਗੀ ਦਾ ਬਹੁਵਚਨ ਕੀ ਹੋਵੇਗਾ? ਚੰਗੀਆਂ। ਕੀ ਹੋਵੇਗਾ ਚੰਗੀ ਦਾ ਬਹੁਵਚਨ? ਚੰਗੀਆਂ। ਉਸ ਤੋਂ ਬਾਅਦ ਅਗਲਾ ਹੈ ਪਿਆਰੀ, ਪਿਆਰੀ ਇੱਕ ਵਚਨ ਹੈ। ਜਦੋਂ ਅਸੀਂ ਪਿਆਰੀ ਨੂੰ ਬਹੁਵਚਨ ਦੇ ਵਿੱਚ ਤਬਦੀਲ ਕਰਾਂਗੇ ਤਾਂ ਇਹ ਬਣ ਜਾਏਗਾ ਪਿਆਰੀਆਂ। ਠੀਕ ਹੈ, ਸਾਨੂੰ ਆਪਣੀਆਂ ਕਿਤਾਬਾਂ ਬਹੁਤ ਪਿਆਰੀਆਂ ਲੱਗਦੀਆਂ ਹਨ। ਠੀਕ ਹੈ, ਉਹ ਵਾਲੀਆਂ ਪਿਆਰੀਆਂ। ਸੋ ਉਸ ਤੋਂ ਬਾਅਦ ਹੈ ਜੀ ਚੌਥਾ ਭਾਗ ਇਸੇ ਹੀ ਅਭਿਆਸ ਦਾ। ਚੌਥਾ ਭਾਗ ਹੈ ਹੇਠਾਂ ਲਿਖੀਆਂ ਸਤਰਾਂ ਪੂਰੀਆਂ ਕਰੋ। ਪਿਆਰੇ ਵਿਦਿਆਰਥੀਓ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਇਸ ਕਵਿਤਾ ਨੂੰ ਅਸੀਂ ਜਿੰਨਾ ਜ਼ਿਆਦਾ ਉਚਾਰਨ ਕਰਾਂਗੇ, ਜਿੰਨਾ ਜ਼ਿਆਦਾ ਬੋਲਾਂਗੇ, ਉਨਾ ਹੀ ਜ਼ਿਆਦਾ ਸਾਨੂੰ ਇਹ ਕਵਿਤਾ ਯਾਦ ਹੋ ਜਾਏਗੀ। ਤੇ ਜਦੋਂ ਸਾਨੂੰ ਕਵਿਤਾ ਯਾਦ ਹੋ ਜਾਏਗੀ ਤਾਂ ਅਸੀਂ ਇਸ ਦੀਆਂ ਸਤਰਾਂ ਪੂਰੀਆਂ ਕਰ ਸਕਦੇ ਹਾਂ। ਸੋ ਚੌਥੇ ਦਾ ਊੜਾ ਹੈ ਪਿਆਰੀ ਪਿਆਰੀ ਮੇਰੀ ਮਾਂ, ਠੰਡੀ ਮਿੱਠੀ ਉਸ ਦੀ ਛਾਂ। ਅਗਲਾ ਹੈ ਐੜਾ, ਲੋਰੀਆਂ ਨਾਲ ਸੁਆਉਂਦੀ ਮੈਨੂੰ, ਗਾਗਾ ਗੀਤ, ਅੱਗੇ ਇਸ ਵਾਕ ਨੂੰ ਪੂਰਾ ਕਰਨਾ ਹੈ, ਗਾਗਾ ਗੀਤ ਜਗਾਉਂਦੀ ਮੈਨੂੰ। ਉਸ ਤੋਂ ਬਾਅਦ ਅੱਗੇ ਹੈ ਸੁੰਦਰ ਕਰਕੇ ਲਿਖੋ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਅੱਜ ਅਸੀਂ ਇਹ ਪਾਠ ਪੜ੍ਹਿਆ ਹੈ, ਤੁਹਾਨੂੰ ਪਤਾ ਹੈ ਸੁੰਦਰ ਲਿਖਾਈ ਦੀ ਬਹੁਤ ਮਹੱਤਤਾ ਹੁੰਦੀ ਹੈ। ਅਗਰ ਅਸੀਂ ਪੇਪਰ ਵਿੱਚ ਸੁੰਦਰ ਸੁੰਦਰ ਲਿਖਾਈ ਦੇ ਵਿੱਚ ਆਪਣਾ ਪੇਪਰ ਕਰਦੇ ਹਾਂ ਤੇ ਸਾਡੇ ਵੱਧ ਅੰਕ ਆਉਂਦੇ ਹਨ। ਇਸ ਕਰਕੇ ਇਹ ਜਿਹੜਾ ਪੰਜਵਾਂ ਭਾਗ ਹੈਗਾ ਸੁੰਦਰ ਕਰਕੇ ਲਿਖੋ, ਇਸ ਪੰਕਤੀਆਂ ਨੂੰ, ਇਹਨਾਂ ਸਤਰਾਂ ਨੂੰ ਤੁਸੀਂ ਸੁੰਦਰ ਕਰਕੇ ਲਿਖਣਾ ਹੈ। ਪਿਆਰੀ ਪਿਆਰੀ ਮੇਰੀ ਮਾਂ, ਠੰਡੀ ਮਿੱਠੀ ਇਸ ਦੀ ਛਾਂ। ਇਹ ਜਿਹੜੇ ਸਾਰੇ ਮੇਰੇ ਵਿਦਿਆਰਥੀ ਇਹਨਾਂ ਸਤਰਾਂ ਨੂੰ ਚੰਗੀ ਤਰ੍ਹਾਂ ਸੁਲੇਖ ਦੇ ਵਿੱਚ ਸੋਹਣਾ ਸੋਹਣਾ ਲਿਖ ਕੇ ਤੇ ਆਪਣੀ ਕਾਪੀ ਵਿੱਚ ਲਿਖਣਗੇ, ਤਾਂ ਕਿ ਅਸੀਂ ਫਿਰ ਵੇਖਾਂਗੇ ਕਿ ਸਭ ਤੋਂ ਸੋਹਣੀ ਲਿਖਾਈ ਕਿਸ ਦੀ ਹੈ। ਉਸ ਤੋਂ ਬਾਅਦ ਹੈ ਸੱਤਵਾਂ ਭਾਗ ਇਸ ਦਾ, ਪਾਠ ਵਿੱਚ ਕੰਨਾਂ ਮਾਤਰਾ ਵਾਲੇ ਸ਼ਬਦ ਅਲੱਗ ਕਰਕੇ ਲਿਖੋ। ਜਿਵੇਂ ਕਿ ਅਸੀਂ ਪਹਿਲੀ ਜਮਾਤ ਦੇ ਵਿੱਚ ਮਾਤਰਾਵਾਂ ਸਾਰੀਆਂ ਕਰ ਚੁੱਕੇ ਹਾਂ, ਸੋ ਇਸ ਕਵਿਤਾ ਦੇ ਵਿੱਚ ਅਸੀਂ ਕੰਨਾਂ ਵਾਲੇ ਸ਼ਬਦ ਜਿਹੜੇ ਨੇ ਉਹ ਲੱਭਣੇ ਨੇ। ਤੇ ਇਹ ਜਿੰਨੇ ਵੀ ਖਾਲੀ ਥਾਂ ਨੇ 1 2 3 4 5 6 7 8, ਇਹ ਸਾਰੇ ਦੇ ਸਾਰੇ ਖਾਲੀ ਥਾਂ ਜਿਹੜੇ ਨੇ ਅਸੀਂ ਕੰਨਾਂ ਵਾਲੇ ਸ਼ਬਦ ਲੱਭ ਕੇ ਤੇ ਉਸ ਵਿੱਚ ਲਿਖਣੇ ਨੇ। ਚਲੋ ਫਿਰ ਅਸੀਂ ਕੁਝ ਕੰਨਾਂ ਵਾਲੇ ਸ਼ਬਦ ਕਿਹੜੇ ਕਿਹੜੇ ਆਏ ਨੇ ਇਸ ਪਾਠ ਦੇ ਵਿੱਚ ਉਸ ਦਾ ਜ਼ਿਕਰ ਕਰ ਲੈਂਦੇ ਆ। ਸੋ ਸਭ ਤੋਂ ਪਹਿਲਾਂ ਇਸ ਪਾਠ ਦਾ ਨਾਂ ਹੀ ਮਾਂ। ਠੀਕ ਹੈ, तो जो माँ शब्द है उस दे नाल मेरी माँ शब्द है, तो माँ शब्द जिहड़ा है उस दे नाल कन्ना लग्या, उपर बिंदी भी लगी है। उस तो बाद है किन्ना, किन्ने दे नाल भी असी कन्ना लगाने किन्ना किन्ना, ठीक है। उस तो बाद है नाल, उस तो बाद चुकावा, फिर हैगा सुच्चा, ना, डाडा, गा गा।
ਇਹ ਸਾਰੇ ਸ਼ਬਦ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਨੇ ਜੋ ਕੰਨੇ ਵਾਲੇ ਸ਼ਬਦ ਇਸ ਕਵਿਤਾ ਦੇ ਵਿੱਚ ਆਏ ਹਨ। ਉਸ ਤੋਂ ਬਾਅਦ ਹੈ ਜੀ 8ਵਾਂ ਭਾਗ ਰੰਗ ਭਰੋ। ਸੋ ਪਿਆਰੇ ਵਿਦਿਆਰਥੀਓ, ਇੱਕ ਰੁੱਖ ਹੈ, ਇਸ ਦੇ ਵਿੱਚ ਤੁਸੀਂ ਰੰਗ ਭਰ ਕੇ ਲੈ ਕੇ ਆਉਣੇ ਨੇ। ਤੁਹਾਨੂੰ ਪਤਾ ਰੁੱਖ ਦੇ ਪੱਤਿਆਂ ਦਾ ਰੰਗ ਜਿਹੜਾ ਉਹ ਹਰਾ ਹੁੰਦਾ ਹੈ। ਸੋ ਇਸੇ ਤਰੀਕੇ ਦੇ ਨਾਲ ਤੁਸੀਂ ਆਪਣੀ ਸਮਝ ਦੇ ਨਾਲ ਇਸ ਵਿੱਚ ਰੰਗ ਭਰਨੇ ਨੇ ਔਰ ਇਸ ਕਵਿਤਾ ਦੇ ਨੂੰ ਫਿਰ ਤੋਂ ਗਾਉਣਾ ਹੈ ਔਰ ਇਸ ਦੇ ਵਿੱਚ ਰੰਗ ਭਰ ਕੇ ਲੈ ਕੇ ਆਉਣੇ ਨੇ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਪਾਠ ਨੂੰ ਪੂਰੇ ਆਨੰਦ ਨਾਲ ਸੁਣਿਆ ਹੋਵੇਗਾ। ਸੋ ਆਓ ਚੱਲਦੇ ਹਾਂ ਇਸ ਕਵਿਤਾ ਨੂੰ ਗਾਉਂਦੇ ਗਾਉਂਦੇ। ਪਿਆਰੀ ਪਿਆਰੀ ਮੇਰੀ ਮਾਂ, ਠੰਡੀ ਮਿੱਠੀ ਇਸ ਦੀ ਛਾਂ। ਧੰਨਵਾਦ ਜੀ। ਦੁਆਬਾ ਰੇਡੀਓ।